अस्सलामुअलैकुम, वेलकम बैक उस्मान पिजन ऑनलाइन। उम्मीद है आप सब भाई खैर खैरियत से होंगे, फिट फाट होंगे, मज़े में होंगे। तो जो भाई चैनल पे नया उनसे रिक्वेस्ट है कि चैनल को जल्दी से सब्सक्राइब कर लें ताकि आने वाला नोटिफिकेशन आप तक इजीली पहुंचे और आप वीडियो वॉच कर सकें। जी दोस्तों, सदर में मौजूद है अमेरिका वाली छत पे और हमारे साथ मौजूद है बहुत ही ज़बरदस्त पर्सनैलिटी, बहुत ही ज़बरदस्त उस्ताद और बहुत ही बिजी इंसान। हाँ जी। और मेरी मुराद जनाब उस्ताद जिदी साहब से है। अस्सलाम वालेकुम उस्ताद जी। वालेकुम सलाम उस्मान भाई, की हाल चाल है? ठीक ठाक उस्ताद जी, आप सुनाएं? ठीक अल्लाह का है। बड़ा करम है उस्मान भाई, दुआएं आपको। और उस्ताद जी ਤੁਸੀਂ ਉਸਤਾਦ ਜੀ ਸਾਨੂੰ ਬਿਜ਼ੀ ਕਹਿ ਕੇ ਨਾ ਕਰਾ ਹੀ ਦਿੱਤਾ ਬਿਜ਼ੀ। ਮੈਂ ਹੈ ਤੇ ਨਹੀਂ ਸੀ ਇਦਾਂ ਬਿਜ਼ੀ, ਹੁਣ ਮੈਨੂੰ ਬਿਜ਼ੀ ਰਹਿਣਾ ਪੈ ਰਿਹਾ ਹੈ। रहना पहले तो चंगी ਬਾਕੀ गल नहीं। ਬਿਜ਼ੀ ਹੋ ਗਿਆ, ਠੀਕ ਹੈ ਬਾਤ ਹੈ। ਬਿਜ਼ੀ ਹੈ ਨਹੀਂ ਸੀ, ਮੈਂ ਤੇ ਵਿਹਲਾ था ਬਿਲਕੁਲ ਹੀ, ਲੇਕਿਨ ਹੁਣ ਬਿਜ਼ੀ ਹੋ ਗਏ ਆ। ਚਲੋ ਅੱਲਾਹ ਪਾਕ ਖੈਰ ਕਰੇਗਾ। ਦੇਖੋ ਜੀ ਕੰਮ ਤੇ ਹੈ ਨਾ, ਦੇਖੋ ਜੀ ਇਹ ਵੀ ਡਿਊਟੀ ਹੈ ਉਸਮਾਨ ਭਾਈ, बिल्कुल ਡਿਊਟੀ ਦੇ ਰਿਹਾ ਜਨਾਬ ਹੈ। ਕੋਈ ਤੁਸੀਂ ਐਵੇਂ ਨਾ ਗੱਲ ਕਰੋ। ਮੇਰਾ ਖਿਆਲ ਹੈ ਤੁਹਾਡੇ ਕੰਮ ਨਾਲੋਂ ਬਹੁਤਾ ਜ਼ਿੰਮੇਵਾਰੀ ਹੈ ਦੀ, क्योंकि हर चीज़ दी हर सोचनी पड़ती ऐसे ही है। बाकी उस्ताद जी क्या अपडेट है आज की? है। आज उस्मान भाई आज हमने सिर्फ जो है ना बच्चे ही खोले थे, अच्छा बड़े कबूतर नहीं हुए, ठीक है। क्योंकि आपको पता है वो डक भाई डक एक दो पड़के हैं, हाँ वो इसी तरह ही चलेंगी। अल्लाह खैर किया, क्योंकि आज कल उड़ेंगे, फिर परसों की डक आ जाएगी, फिर चौथ उड़ेंगे, इस तरह करके दो ही आती हैं, पड़के आ जाती हैं। तो अब मैंने कहा लिए हैं रूटीन पे एक एक नागे पे कबूतरों को, फिर उसी तरह सिलसिलाकार जो है बाजी में भी चलता जाएगा। उस्ताद जी 4 दिन बाकी रह गए, क्या फीलिंग है? लेकिन मैं तो यही कह रहे हैं, अल्लाह पाक छेती छेती टाइम ले आ जा जा। गर्मी बहुत प्यारी, गर्मी बहुत प्यारी है उस्मान भाई। ਤੁਸੀਂ ਬਾਹਰੋਂ ਆਏ ਹੋ, ਕੀ ਕਹਿ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਗਰਮੀ ਦੇ ਬਾਰੇ? बहुत गर्मी उस्ताद। ਦੇਖੋ ਅਸੀਂ ਇੱਥੇ ਬੈਠੇ ਹੋਏ ਆ ਨਾ, ਇੱਥੇ ਬੈਠਿਆਂ ਦੇ ਵਿੱਚ ਤੇ ਬਾਹਰ ਰੋਡ ਦੇ ਉੱਤੇ ਚੱਲਣ 'ਚ ਬੜਾ ਫਰਕ ਹੈ। ਇਹੀ ਮੈਂ ਕੱਲ ਤੁਹਾਨੂੰ ਸਮਝਾ ਰਿਹਾ ਸੀ ਕਿ ਖੇਲਣ ਚ ਰੋਡ ਦੇ ਗਰਾਊਂਡ ਦੇ ਅੰਦਰ ਤੇ ਅੰਦਰ ਬੈਂਚ ਚ ਬਹੁਤ ਫਰਕ ਹੈ। ਬੜੀ ਸਿੱਕਾ ਪੈ ਰਿਹਾ। ਮੈਂ ਕਹਿੰਦਾ ਯਾਰ ਪਰਿੰਦੇ ਦਾ ਹੀ ਹੌਸਲਾ ਉਸਤਾਦ ਜੀ। ਅਸੀਂ ਦੇਖ ਲਓ ਫਿਰ ਛਾਂ ਲੱਭ ਰਹੇ ਤੇ ਯਾਰ ਅਸਮਾਨ 'ਚ ਧੁੱਪ ਹੀ ਫਿਰ ਰਿਹਾ, ਉੱਤੋਂ ਸੌਦਾ ਸਮਾਨ ਲਾ ਕੇ ਉਹਨੂੰ ਭੇਜਿਆ ਹੁੰਦਾ ਹੈ। ਗੱਲ ਸੂਫੀ ਤਾਂ ਨਹੀਂ ਹੁੰਦਾ, ਗੱਲ ਇਹ ਕਿਸੇ ਦੀ ਹਿਸਾਬ ਸੂਫੀ ਤਾਂ ਨਹੀਂ ਹੁੰਦਾ, ਲੇਕਿਨ ਯਾਰ ਦੇਖੋ ਇਹਦੀ ਵੀ ਤਾਂ ਵਫਾ ਹੈ ਨਾ। ਤੇ ਦੇਖੋ ਇੰਨੀਆਂ ਫੜਕਾਂ ਘਰ ਪੈਂਦਾ, ਜਦੋਂ ਚਲੇ ਜਾਂਦਾ ਤੇ ਅਸੀਂ ਗਾਲਾਂ ਕੱਢ ਰਹੇ ਹੁੰਦੇ ਹਾਂ, ਚਲੇ ਗਿਆ ਆਪਣਾ। ਕੋਈ ਉਹਨੂੰ ਤੇ ਪੁੱਛੋ ਕਿ ਉਹਦੇ ਨਾਲ ਬੀਤੀ ਕੀ ਹੈ, ਹੋਇਆ ਕੀ ਹੈ? ਕੀ ਖਿਆਲ ਹੈ ਸਮਾਨ ਭਾਈ? ਪਰਿੰਦਾ ਯਾਰ ਐਡਾ ਜਿਹਾ ਦਿਲ ਹੈਗਾ ਤੇ ਬੜੀ ਗੱਲ ਹੈ। ਇੱਥੇ ਐਡੀ ਐਡੀਆਂ ਲਾਸ਼ਾਂ ਨੇ ਤੇ ਧੁੱਪ ਤੋਂ ਮਰਨ ਡੀਆਂ ਹੋ ਰਹੀਆਂ ਨੇ, ਤੇ ਇਹਦੇ ਅੱਲਾ ਪਾਕ ਨੇ ਦੇਖਣਾ ਇਹ ਪਰਿੰਦਾ ਇਹਦੇ ਵਿੱਚ ਵੀ ਵੇਖ ਲਓ 12-14 ਘੰਟੇ ਉੱਠਣਾ ਬੜੀ ਗੱਲ ਰਖਾਉਂਦਾ ਯਾਰ। ਇਹਦੇ 'ਚ ਵੀ ਤਾਂ ਵਫਾ ਹੈ ਨਾ, ਮਾਲਕ ਨਾਲ ਵਫਾ ਹੀ ਕਰਦਾ। ਇਹ ਚਲੇ ਜਾਂਦਾ ਤੇ ਫਿਰ ਮਾਲਕ ਗਾਲਾਂ ਕੱਢਣਾ ਪੈਂਦਾ। ਤੇ ਇਹਨਾਂ ਨੂੰ ਤਾਂ ਵੈਸੇ ਵੀ ਗੱਲ ਨਹੀਂ ਕੱਢਣੀ ਚਾਹੀਦੀ, ਤੇ ਸੈਯਦ ਬਾਦਸ਼ਾਹ ਬਾਬਾ ਇਹਨੂੰ ਤਾਂ ਗੱਲ ਕੱਢਣੀ ਨਹੀਂ ਚਾਹੀਦੀ। ਤੇ ਬਾਕੀ ਅੱਲਾ ਪਾਕ ਖੈਰ ਕਰਦਾ। ਥੋੜੇ ਦਿਨ ਰਹਿ ਗਏ ਨੇ ਜੀ, 3-4 ਦਿਨ, ਥੋੜੇ ਦਿਨ ਕੀ ਰਹਿ ਗਏ ਨੇ, ਆ ਗਏ ਨੇ। ਇੱਕ ਫੜਕ ਕੱਲ ਦੀ, ਇੱਕ ਪਰਸੋਂ ਦੀ, ਤੀਸਰੀ ਫੜਕ ਦੇ ਵਿੱਚ ਵਾਦੀ। ਬਾਕੀ ਉਸਤਾਦ ਜੀ ਜੇਠ ਮੈਂ ਵੇਖ ਰਿਹਾ ਕਿਉਂਕਿ ਪਹਿਲਾਂ ਮੇਰਾ ਐਕਸਪੀਰੀਅੰਸ ਨਹੀਂ ਰਿਹਾ, ਹਾਂਜੀ ਹਾਂਜੀ ਹੁਣ ਮੇਰਾ ਐਕਸਪੀਰੀਅੰਸ ਹੈਗਾ। ਜੇਠ ਮੈਂ ਕਹਿ ਰਿਹਾ ਮੁਸ਼ਕਿਲ ਬਹੁਤ ਹੈਗਾ। ਉਹਦੀ ਵਜ੍ਹਾ ਹੈਗੀ ਕਿ ਪਰਿੰਦਿਆਂ ਦੇ ਨਾਲ ਨਾਲ ਤੁਹਾਨੂੰ ਆਪਣਾ ਖਿਆਲ ਵੀ ਰੱਖਣਾ ਚਾਹੀਦਾ ਹੈ। ਇਹ ਗੱਲ ਹੈ, ਆਪਣਾ ਖਿਆਲ ਰੱਖੋਗੇ ਤੇ ਪਰਿੰਦਿਆਂ ਦਾ ਤੁਸੀਂ ਖਿਆਲ ਰੱਖੋਗੇ ਨਾ ਸਹੀ ਤਰ੍ਹਾਂ। ਜੀ ਇਹ ਸਮਾਨ ਭਾਈ ਨੇ ਬੜੀ ਅੱਛੀ ਗੱਲ ਕੀਤੀ। ਦੇਖੋ ਜੀ ਆਪ ਜਿਹੜਾ ਮਾਲਕ ਹੈ ਉਹ ਸੈੱਟ ਹੋਏਗਾ ਤੇ ਕਬੂਤਰ ਉਡਾਏਗਾ। ਜੇ ਮਾਲਕ ਹੀ ਸੈੱਟ ਨਾ ਹੋਏਗਾ ਤੇ ਇਹਨਾਂ ਨੇ ਕਿੱਥੋਂ ਉੱਡਣਾ? ਉਹ ਗਰੀਬ ਨੂੰ ਤਾਂ ਲੱਗਾ ਹੋਵੇ ਤੇ ਉਹ ਇਹਨਾਂ ਨੂੰ ਕਿੱਥੇ ਵੇਖੇਗਾ? ਉਹਨੂੰ ਆਪ ਡਰਿਪਾਂ ਲੱਗਣ ਵਾਲੀਆਂ ਹੋਈਆਂ ਨੇ। ਗੱਲ ਹੈਗੀ ਪਰਿੰਦੇ ਨਾਲ ਆਪਣਾ ਆਪਣੇ ਵੀ ਖਿਆਲ ਰੱਖੋ ਜੀ ਉਸਮਾਨ ਭਾਈ। ਦੇਖੋ ਜਦੋਂ ਲੱਗ ਜਾਂਦੀ ਹੈ ਨਾ, ਕਬੂਤਰਬਾਜ਼ ਤੇ ਇੱਕ ਐਸਾ ਹੈਗਾ ਜਦੋਂ ਬਾਜ਼ੀ ਲੱਗੀ ਹੁੰਦੀ ਨਾ, ਜਦੋਂ ਉਹਦੀਆਂ ਲੱਗ ਜਾਂਦੀਆਂ, ਇੱਕ ਹੁੰਦਾ ਬਾਜ਼ੀ ਕਿ ਤੁਸੀਂ ਤਿਆਰੀ ਕਰ ਰਹੇ ਹੋ, ਮਤਲਬ ਕਿ ਜ਼ਿੰਮੇਵਾਰੀ ਨਹੀਂ ਹੈਗੀ, ਤਿਆਰੀ ਕਰ ਰਹੇ ਹੋ ਕਿ ਚੱਲ ਯਾਰ ਹੋ ਗਈ ਤੇ ਪੱਲਾ ਮਾਰ ਲਾਂਗੇ। ਉਹ ਕਬੂਤਰਬਾਜ਼ੀ ਹੋ ਰਹੀ। ਇੱਕ ਜਿਹੜੀ ਤੁਹਾਡੀ ਲਿਖੀ ਬਾਜ਼ੀ ਹੈ ਨਾ, ਇਹਦੇ ਵਿੱਚ ਤੁਹਾਡੇ 'ਚ ਕੋਤਾਹੀ ਕੋਈ ਨਹੀਂ ਹੈਗੀ, ਇਹਦੇ ਵਿੱਚ ਕੋਈ ਚਾਂਸ ਨਹੀਂ ਹੈਗਾ ਤੁਹਾਡਾ। ਦੇਖੋ ਜੀ ਇਹਦੇ ਵਿੱਚ ਤੁਸੀਂ ਸੋਚ ਰਹੇ ਹੁੰਦੇ ਯਾਰ ਜੇਕਰ ਮੈਂ ਨਾ ਉਡਾਈ ਕਿ ਕੀ ਇੱਜ਼ਤ ਦਾ ਬਣੇਗਾ, ਕੀ ਹੋਏਗਾ ਫਲਾਣਾ। ਤੇ ਇੱਕ ਹੁੰਦਾ ਤੁਸੀਂ ਆਮ ਰੂਟੀਨ, ਰੈਗੂਲਰ ਜਿਹੜੀ ਰੂਟੀਨ ਹੁੰਦੀ ਹੈ, ਚੱਲ ਯਾਰ ਬਣ ਗਏ ਤੇ ਪੱਲਾ ਮਾਰ ਲਾਂਗੇ। ਉਹਦੇ ਵਿੱਚ ਤੇ ਬਾਜ਼ੀ ਲਿਖੀ ਦੇ ਵਿੱਚ ਬੜਾ ਫਰਕ ਹੈ ਉਸਤਾਦ ਜੀ। ਅੱਧਾ ਖੂਨ ਸੁੱਕ ਜਾਂਦਾ ਬੰਦੇ ਦਾ ਬਾਜ਼ੀ ਲੱਗਣਾ। ਇੱਥੇ ਮੈਂ ਕਈ ਵੇਖੇ ਨੇ ਬਾਜ਼ੀ ਵਾਲੇ ਦਿਨ ਆ ਜਾਂਦੇ ਨੇ, ਹਫਤੇ ਦੀ ਰਾਤ ਨੂੰ ਬਾਜ਼ੀ ਤੋਂ ਆ ਰਹੇ ਉੱਡ ਰਹੀ, ਹਫਤੇ ਦੀ ਰਾਤ ਨੂੰ ਆਏ ਯਾਰ ਸ਼ੌਂਕ ਕਰਨਾ ਮੰਮਾ, ਪਹਿਲੇ ਰਾਤ ਨੂੰ ਪਤਾ ਲੱਗੇ ਤੇਰਾ ਖੂਨ ਚੁੱਕੇ। ਇੱਕ ਬੰਦਾ ਗੱਲ ਹੀ ਮੈਨੂੰ ਕਹਿ ਰਿਹਾ ਯਾਰ ਉਹਨੇ ਸ਼ੌਂਕ ਕਰਨਾ। ਮੈਂ ਕਿਹਾ ਉਹਨੂੰ ਕਰਾਂ ਸੀ ਕੋਈ ਪਹਿਲੇ ਆ ਜਾਂਦਾ, ਉਦੋਂ ਮੈਂ ਕਰ ਲੈਂਦਾ, ਹੁਣ ਨਹੀਂ ਕਰਾਂਗਾ। ਕੱਲ ਕੀ ਤਿਆਰੀ ਕਰਕੇ ਤੂੰ ਲਗਾ ਯਾਰ, ਗੱਲ ਹੈਗੀ ਕੋਈ ਮਹੀਨਾ ਪਹਿਲਾਂ 15 ਦਿਨ ਆਂਦਾ, ਚਲੋ ਤੈਨੂੰ ਵੀ ਪਤਾ ਲੱਗਦਾ ਕਿ ਲੱਗੀ ਏ। ਹੁਣ ਤੇ ਬੱਚੇ ਨੇ ਤੇ ਤੂੰ ਸ਼ੌਂਕ ਕਰ ਲੇਗਾ, ਗੱਲ ਹੈਗੀ ਸਿੱਧੀ। ਇੱਥੇ ਪਤਾ ਨਹੀਂ ਕਿੰਨਾ ਕੁ ਕਬੂਤਰ ਗਵਾ ਲਿਆ ਫੜ ਕੇ, ਟਾਈਮ ਦੇ ਟਾਈਮ ਆ ਕੇ ਬਾਜ਼ੀ ਉੱਡ ਗਈ। ਲੇਕਿਨ ਸਾਡੀ ਟਾਰਗੇਟ 'ਚ ਹੈਗੇ ਨੇ ਬੰਦੇ, ਜੇ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਖੈਰ ਕਰੇਗਾ। ਲੇਕਿਨ ਗੱਲ ਫਿਰ ਉਹੀ ਆ ਜਾਂਦੀ ਕਿ ਮੁਨਸਬ ਨਹੀਂ ਹੈਗਾ ਭਰਾ,
300 ਤੋਂ ਬਗੈਰ ਬੜੀ ਪਰੇਸ਼ਾਨੀ ਹੁੰਦੀ ਤੇ ਮਸਾ ਪੂਰੇ ਕੀਤੇ ਨੇ ਕੱਲ ਜੱਟ ਸਾਹਿਬ ਦਾ ਮੰਤਾ ਕਿਤੇ ਤੁਹਾਡੇ ਸਾਹਮਣੇ ਲੋਕੀ ਤਾਂ ਉਹ ਕਹਿ ਰਹੇ ਨੇ ਕਿ ਜੱਟ ਮਾਰਕੀਟ ਤੋਂ ਸ਼ਾਰਟ ਹੋ ਗਿਆ ਕਿਉਂ ਉਹ ਆਉਂਦਾ ਹੀ ਨਹੀਂ ਪਿਆ। ਭਾਈ ਦੀ ਮਿਹਰਬਾਨੀ ਆਇਆ ਉਹਨੂੰ ਮੈਂ ਕਿਹਾ ਭਾਈ ਤੂੰ ਜਾਣਾ ਮੁਨਸਫੀ ਕਰਨ ਅਲੀ ਭਾਈ ਤੁਹਾਨੂੰ ਤਾਂ ਭੇਜਣਾ ਨਹੀਂ ਹੈ ਤੁਸੀਂ ਤਾਂ ਵੈਸੇ ਹੀ ਇੱਥੇ ਹੋਵੋਗੇ ਚਲੋ ਅਸੀਂ ਬਾਕੀ ਦਿਨ ਸਕੂਲ ਮਾਰਾਂਗੇ ਨਾ ਸਮਾਨ ਨੂੰ ਲਾਵਾਂਗੇ ਕੰਮ ਦੇ ਉੱਤੇ ਸਮਾਨ ਭਾਈ ਤੁਸੀਂ ਆਓ ਵਿੱਚ। ਤਾਂ ਜੀ ਪਤਾ ਕੀ ਗੱਲ ਹੈ ਵੇਖੋ ਨਾ ਹੁਣ ਮੈਂ ਆ ਰਿਹਾ ਜਾ ਰਿਹਾ ਪੁੱਛ ਵੀ ਰਹੇ ਆ ਦੱਸ ਵੀ ਰਹੇ ਹੋ ਤੁਸੀਂ ਇਸ ਤਰ੍ਹਾਂ ਹੀ ਆਇਆ ਨਾ ਉਸਤਾਦ ਜੀ ਇਸ ਤਰ੍ਹਾਂ ਗੱਲ ਹੈ ਤੇ ਮੈਂ ਇਨਵੋਲਵ ਹੋਣਾ ਚਾਹ ਰਿਹਾ ਕਬੂਤਰਬਾਜ਼ੀ 'ਚ ਹਾਂਜੀ ਗੱਲ ਹੈ ਤੇ ਬਹੁਤ ਸਾਰੇ ਆਵਾਮ ਹੈਗੇ ਜਿਹੜਾ ਕਹਿੰਦੀ ਕਿ ਯਾਰ उस्मान भाई ਤੁਸੀਂ भी कबूतरबाजी दिखाओ इंशाल्लाह ताला ਅਸੀਂ भी दिखा देंगे। बाकी उस्ताद जी हमारे एक फ्रांस में बहुत ही खूबसूरत शख्सियत है बहुत ही ज़बरदस्त पर्सनैलिटी है बहुत लाइक करते हैं हमें हमारे उस्ताद मोहतरम को भी बहुत लाइक करते हैं। सलमान साहब हैं एक हमारे शाहजी हैं इटली में होते हैं और एक हमारे फ्रांस में पता नहीं क्या नाम है भाई का मैं भूल गया हूँ। उन्होंने मुझे सुबह मैसेज किया था उस्मान भाई कैसा कंपटीशन रहेगा कि ये कबूतरबाजी के साथ साथ 4 यूट्यूबर हैं फेमस सबसे बड़ा खोखर ब्रांड उसके बाद उस्ताद सुलेमान जिनजान पाकिस्तान मतलब सब्सक्राइबर सोशल मीडिया के लिहाज से उसके बाद उस्ताद जिंदी का नंबर आता है उसके बाद साजिद शाह का नंबर आता है उस्ताद साजिद शाह का। तो क्या फीलिंग है उस्ताद जी एक्साइटमेंट तो बहुत ਅਸੀਂ ज़्यादा ਇਹ ਗੱਲ ਕਰਾਂਗੇ ਕਿ ਸੱਤ ਬ੍ਰਾਂਡ ਵਾਲੀ ਗੱਲ ਜਾਓ ਤੇ ਖੋਖਰ ਬ੍ਰਾਂਡ ਹੀ ਹੈ ਯਾਰ ਇਹ ਗੱਲ ਕੋਈ ਸ਼ੱਕ ਨਹੀਂ ਦੇਖੋ ਜੀ ਕਬੂਤਰਬਾਜ਼ੀ ਦਾ ਜੇ ਹੈ ਜਾਂ ਨਹੀਂ ਹੈ ਲੇਕਿਨ YouTube ਦਾ ਬ੍ਰਾਂਡ ਹੈ ਜਿਹੜੀ ਗੱਲ ਜੈਨੂਇਨ ਤੇ ਦੇਖੋ ਜੀ ਹੁਣ ਕੋਈ ਫਰਕ ਵੀ ਹੈ ਤੁਹਾਡੇ ਸਾਹਮਣੇ ਸ਼ੌਂਕ ਕਰ ਰਿਹਾ ਦੇਖੋ ਜੀ ਉਸਮਾਨ ਭਾਈ ਇਹਦੇ ਵਿੱਚ ਤੇ ਅੱਲਾ ਮਾਫੀ ਦੇ ਬੋਲ ਤੇ ਕੋਈ ਵੀ ਨਹੀਂ ਬੋਲ ਸਕਦਾ ਕਿ YouTube ਦੇ ਵਿੱਚ ਕਿ ਜੀ ਕੌਣ ਅੱਗੇ ਜਾਏਗਾ ਕੌਣ ਪਿੱਛੇ ਹੈ ਤੇ ਕਬੂਤਰ ਦੇ ਸਿਰ ਤੇ ਮੁੱਕਣੀ ਹੈ ਕਿ ਜਿੰਨਾ ਕੋ ਨੇ ਮਿਹਨਤ ਕੀਤੀ ਹੋਏਗੀ ਉਹਨਾਂ ਕੋ ਨੂੰ ਸਿਲਾ ਮਿਲ ਜਾਏਗਾ। ਲੇਕਿਨ ਉਸਤਾਦ ਜੀ ਤੁਸੀਂ ਇਹ ਵੇਖੋ ਨਾ ਹੁਣ ਤੁਹਾਡਾ ਚੈਨਲ ਹੈ ਹਾਂਜੀ ਤੁਸੀਂ ਆਵਾਮ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਅਗਰ ਅੱਲਾ ਨਾ ਕਰੇ ਊਂਚ ਨੀਚ ਹੋ ਜਾਂਦੀ ਹੈ ਯਾਰ ਇਹ ਤੇ ਆਵਾਮ ਦਾ ਸਾਹਮਣਾ ਤੇ ਉਸਮਾਨ ਭਾਈ ਤਦ ਕਰਨਾ ਅੱਲਾ ਮਾਫੀ ਦੇ ਕਿ ਜੇ ਬੰਦੇ ਨੇ ਆਪ ਉੱਡਣਾ ਹੋਵੇ ਮੈਂ ਆਪ ਤੇ ਨਹੀਂ ਉੱਡਣਾ ਯਾਰ ਲੇਕਿਨ ਦੇਖੋ ਨਾ ਉਸਮਾਨ ਭਾਈ ਕੋਈ ਵੀ ਬੰਦਾ ਨਾ ਮੇਰੀ ਗੱਲ ਯਾਦ ਰੱਖਣਾ ਉਹਦੀ ਕੋਸ਼ਿਸ਼ ਆਈ ਹੁੰਦੀ ਕਿ ਅੱਛੇ ਦੀ ਖਬਰ ਹੀ ਆਵੇ ਕੋਈ ਬੰਦਾ ਜਦੋਂ ਤਿਆਰੀ ਕਰ ਰਿਹਾ ਹੁੰਦਾ ਨਾ ਗੋਲੀ ਕਿਸੇ ਦੀ ਵੀ ਛੋਟੀ ਨਹੀਂ ਹੁੰਦੀ ਉਸ ਟਾਈਮ ਦੇ ਉੱਤੇ ਹਰ ਬੰਦੇ ਦੀ ਗੋਲੀ ਇਹੋ ਜਿਹੀ ਹੁੰਦੀ ਕਿ ਪਹਿਲਾਂ ਹੀ ਆਮ ਨੂੰ ਨਿਕਲ ਕੇ ਪਵੇ ਤੇ ਹਰ ਬੰਦੇ ਦੀ ਤਿਆਰੀ ਅੱਛੀ ਹੀ ਹੁੰਦੀ ਏ ਇਹ ਅੱਲਾਹ ਪਾਕ ਨੂੰ ਪਤਾ ਹੁੰਦਾ ਕਿ ਕੀ ਹੋਣਾ ਕੀ ਨਹੀਂ ਹੋਣਾ। ਦੇਖੋ ਜੀ ਬੜੇ ਦੇਖੋ ਇਹ ਕੰਮ ਹੁੰਦੇ ਨੇ ਉਸਮਾਨ ਭਾਈ ਜੀ ਖੇਡੇ ਜਾਂਦੇ ਨੇ ਤੇ ਹਰ ਬੰਦਾ ਲੱਕੀ ਵੀ ਨਹੀਂ ਹੁੰਦਾ ਠੀਕ ਹੈ ਨਾ ਤੇ ਇਹ ਤੇ ਅੱਲਾਹ ਪਾਕ ਦੇ ਕੰਮ ਨੇ ਜਿਹਨੂੰ ਅੱਲਾਹ ਪਾਕ ਇੱਜ਼ਤ ਦੇ ਦੇਵੇ ਯਾਰ ਲੇਕਿਨ ਮਿਹਨਤ ਹਰ ਬੰਦਾ ਹੀ ਕਰਦਾ ਹੈ ਤੇ ਅਗਰ ਬੰਦਾ ਕਵੇ ਮੈਂ ਕਹਿੰਦਾ ਮੈਂ ਹਾਰ ਜਾਵਾਂਗਾ ਤੇ ਯਾਰ ਮੈਂ ਲੋਕਾਂ ਨੂੰ ਕੀ ਜਵਾਬ ਦਵਾਂ ਯਾਰ ਜਵਾਬ ਦੇਣ ਵਾਲਾ ਕਿਹੜੀ ਗੱਲ ਹੈ ਯਾਰ ਪਾਰਟ ਦਾ ਗੇਮ ਹੈਗੀ ਇਹ ਗੱਲ ਹੈਗੀ ਠੀਕ ਹੈ ਹਾਰ ਵੀ ਇਹ ਰਹੇਗਾ ਜਿੱਤ ਵੀ ਹੈ ਲੇਕਿਨ ਹਾਰ ਦੇ ਵਿੱਚ ਬੰਦੇ ਨੂੰ ਸਬਕ ਹਾਸਲ ਹੁੰਦਾ ਉਸਮਾਨ ਭਾਈ ਠੀਕ ਹੈ ਨਾ ਉਹਨੂੰ ਆਉਂਦਾ ਕਿ ਯਾਰ ਮੈਂ ਕਿਤੇ ਕੋਤਾਹੀ ਕੀਤੀ ਕੁਝ ਮੇਰੇ ਕੋਲ ਰਹਿ ਗਈਆਂ ਕਮੀਆਂ ਜਿਹੜਾ ਮੇਰੇ ਨਾਲ ਇਹ ਸਿਲਸਿਲਾਕਾਰ ਹੋਇਆ ਤੇ ਇਸ ਤਰ੍ਹਾਂ ਹੀ ਅਗਰ ਕਰਦਾ ਜਿੱਤ ਕੇ ਬੰਦੇ ਨੂੰ ਨਾ ਕੁਝ ਹਾਸਲ ਨਹੀਂ ਹੁੰਦਾ ਮੇਰੀ ਗੱਲ ਯਾਦ ਰੱਖਣਾ ਕੁਝ ਕਿਉਂ ਉਹ ਜਿੱਤ ਕੇ ਤੇ ਬੰਦੇ ਦੀ ਨਾ ਵੈਸੇ ਹੀ ਬਗਲਾਂ 'ਚ ਬੋੜੇ ਨਿਕਲ ਆਉਂਦੇ ਨੇ ਬੰਦੇ ਦਾ ਐਟੀਟਿਊਡ ਵੱਧ ਜਾਂਦਾ ਹੋਵੇ ਮੈਂ ਜਿੱਤ ਗਿਆ ਵਾਂ ਹਾਰ ਕੇ ਤੁਹਾਨੂੰ ਸਬਕ ਹਾਸਲ ਹੋਏਗਾ ਤੇ ਹਾਰ ਦੇ ਕੇ ਜਿੱਤ ਵੀ ਆਏ ਕਿ ਇਨਸਾਨ ਸਟਰਗਲ ਕਰਦਾ ਰਹੇ ਕਿਤੇ ਅੱਲਾਹ ਪਾਕ ਵੀ ਕਹਿੰਦਾ ਕਿ ਯਾਰ ਬੰਦਾ ਕਰ ਹੀ ਰਿਹਾ ਮਸਲਸਲ ਚਲੋ ਕੋਈ ਨਹੀਂ ਸੁਣੀ ਕਹਿੰਦੇ ਨਾ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਇਸ ਤਰ੍ਹਾਂ ਉਸਤਾਦ ਜੀ ਇੱਕ ਤੁਹਾਡੇ ਕੋਲ ਕਬੂਤਰਬਾਜ਼ੀ ਦੇ ਲਿਹਾਜ਼ ਨਾਲ ਗੱਲ ਹੈ ਤੁਸੀਂ ਫਰਕਾਂ ਜਦੋਂ ਲੈਂਦੇ ਹੋ ਜੀ ਉਦੋਂ ਵੀ ਉਸਤਾਦ ਜੀ ਕੋਈ ਟੈਸਟ ਵਗੈਰਾ ਕਰਦੇ ਹੋ ਕਿ ਬਾਜ਼ੀ ਦੇ ਦੌਰਾਨ ਹੀ ਕੋਈ ਟੈਸਟ ਤੁਹਾਡਾ ਪੀਰੀਅਡ ਚੱਲ ਜਾਂਦਾ ਇਹ ਗੱਲ ਪਤਾ ਕਿ ਪਹਿਲੇ ਬੰਦਾ ਦਾਣਾ ਪਾਣੀ ਤੇ ਤਪਣਾ ਲਾਉਂਦਾ ਹੀ ਹੈ ਯਾਰ ਤੇ ਹਲਕਾ ਫੁਲਕਾ ਮਤਲਬ ਕਿ ਰੁਪਈਏ ਚ ਜਵਾਨੀ ਤੇ ਬੰਦਾ ਕਰਦਾ ਹੀ ਹੈ ਚੱਲ ਯਾਰ ਇਹਨੂੰ ਥੋੜਾ ਜਿਹਾ ਲੰਘਾ ਲਈਏ ਤਾਂ ਕਿ ਜਦੋਂ ਟਾਈਮ ਆਏਗਾ ਤੇ ਇਹ ਬੁਰਾ ਨਾ ਮਨਾ ਜਾਵੇ ਹੁਣ ਬਿਲ ਭਰਦੇ ਆ ਕਹਿਣ ਤੁਸੀਂ ਪੀ ਲਈਏ ਮੈਂ ਕਦੇ ਨਹੀਂ ਪੀਤਾ ਠੀਕ ਹੈ ਤੇ ਅਗਰ ਮੈਂ ਪੀਤਾ ਹੋਏਗਾ ਨਾ ਤੇ ਮੈਨੂੰ ਇਹਦੀ ਪਰਵਾਹ ਨਹੀਂ ਹੋਏਗੀ ਤੇ ਜੇ ਅਗਰ ਮੈਂ ਕਦੀ ਪੀਤਾ ਨਹੀਂ ਨਾ ਗਾ ਤੇ ਮੈਨੂੰ ਅਜੀਬ ਜਿਹਾ ਫੀਲ ਹੋਣਾ ਮੈਨੂੰ ਪੀਤਾ ਹੋਵੇ ਮੈਂ ਕੀ ਪੀ ਲਿਆ ਯਾਰ ਤੇ ਕਬੂਤਰ ਨੂੰ ਵੀ ਤੁਸੀਂ ਜਿਹੜੇ ਕੋਈ ਚੀਜ਼ ਦੇਣੀ ਹੈ ਨਾ ਤੇ ਹਰ ਬੰਦੇ ਦੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਰਾਏ ਦਿੰਦਾ ਵਾਂ ਕਿ ਮੈਂ ਕੋਈ ਵੀ ਕੰਮ ਕਰਨਾ ਮੈਂ ਥੋੜਾ ਬਹੁਤਾ ਟੈਸਟ ਕਰ ਲੈਣਾ ਵਾ ਐਕਸਪੈਰੀਮੈਂਟ ਕਰ ਲੈਣਾ ਵਾ ਕਿ ਯਾਰ ਇਹਨੂੰ ਬਾਅਦ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਉਂਕਿ ਪਰਿੰਦਾ ਯਾਰ ਹੋ ਸਕਦਾ ਉਹ ਉਸ ਟਾਈਮ ਦੇ ਉੱਤੇ ਉਹ ਅਚਾਨਕ ਮੈਂ ਉਹਨੂੰ ਦਵਾਂ ਤੇ ਉਹਦਾ ਮੇਦਾ ਹੀ ਉਹਨੂੰ ਉਹ ਕੀ ਕਹਿੰਦੇ ਰਿਸਪੈਕਟ ਨਾ ਕਰੇ ਗੱਲ ਹੈਗੀ ਸਿੱਧੀ ਤੇ ਪਹਿਲੇ ਹੀ ਕੀਤਾ ਹੋਵੇਗਾ ਨਾ ਤੇ ਪਰੇਸ਼ਾਨੀ ਜੇ ਉਹ ਤੁਹਾਡਾ ਉੜਦਾ ਨਹੀਂ ਨਾ ਤੇ ਸਮਾਨ ਭਾਈ ਉਹ ਜ਼ਾਇਆ ਨਹੀਂ ਹੋਏਗਾ ਉਹ ਉਸੇ ਘਰ 'ਚ ਵਾਪਸ ਬੈਠ ਜਾਏਗਾ ਲੇਕਿਨ ਕਈ ਐਸੇ ਨੇ ਕਿ ਜਿਹੜੇ ਕਹਿੰਦੇ ਨੇ ਟਾਈਮ ਦੇ ਟਾਈਮ ਦਿਓ ਲੇਕਿਨ ਮੈਂ ਨਹੀਂ ਮੈਂ ਆਪਣਾ ਕਰ ਲੈਂਦਾ ਮੈਂ ਆਪਣਾ ਟਾਈਮ ਲੈ ਲਾ ਕਬੂਤਰ ਨੂੰ ਦੇ ਦਿਓ ਆ ਕੇ ਚੈੱਕ ਕਰ ਲਈਦਾ ਕਿ ਚੱਲ ਯਾਰ ਇਹਨੂੰ ਦਿੱਤਾ ਹੋਇਆ
ਤੇ ਬਾਜੀ ਵਾਲੇ ਦਿਨ, ਬਾਕੀ ਹੁਣ ਬਾਜੀ ਵਾਲੇ ਦਿਨ ਦੀ ਗੱਲ ਰਹੇਗੀ, ਉਸ ਦਿਨ ਤੁਸੀਂ ਦੇਖੋ ਜੀ ਖਾਲੀ ਉਹ ਨਹੀਂ ਦਿੰਦੇ, ਉਹਦੇ ਨਾਲ ਤੁਸੀਂ ਬੜੀਆਂ ਜਿਹੀਆਂ ਤਿਆਰੀਆਂ ਨੂੰ ਕਰਦੇ ਅੱਛਾ ਬੜੇ ਜੇ ਸੌਦੇ ਸਮਾਨ ਮਲੰਜੂ ਉਸ ਦਿਨ ਉਹਨੂੰ ਦਿੱਤੇ ਜਾਂਦੇ ਨੇ, ਠੀਕ ਹੈ ਨਾ। ਤੇ ਉਹ ਕੌਣ ਸਾਲਾ ਆਪਣੇ ਨੂੰ ਤੇ ਹਰ ਬੰਦਾ ਹੀ ਪੂਰਾ ਤਿਆਰੀ ਕਰਕੇ ਕਬੂਤਰ ਭੇਜਦਾ। ਬਾਕੀ ਅੱਲਾਹ ਪਾਕ ਖੈਰ ਕਰਨਾ, ਅੱਲਾਹ ਪਾਕ ਇੱਜ਼ਤ ਦੇਣ ਵਾਲਾ ਹੁੰਦਾ ਹੈ। ਬਾਕੀ ਆ ਜਿਹੜੀ ਗੱਲ ਰਹੀ 4 ਯੂਪੀ ਉੱਪਰ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਮੈਚ ਜਿਹੜਾ ਦੇਖੋ ਜੀ, ਮੈਚ ਤੇ ਫਿਰ ਅੱਲਾਹ ਪਾਕ ਖੈਰ ਕਰੇਗਾ ਜਦੋਂ ਮੋਹਰ ਲੱਗੇਗੀ। ਮੈਂ ਤੇ ਇਹ ਗੱਲ ਜਾਣਦਾ ਵਾਂ, ਦੇਖੋ ਜੀ ਲੱਖ ਲੋਕੀ ਕਹਿਣ ਸ਼ਾਮ ਪੈਂਦਾ ਫਲਾਣਾ ਪੈਂਦਾ ਢੀਂਗਣਾ, ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ। ਕਹਿੰਦੇ ਕਿ ਜਦੋਂ ਮੋਹਰ ਲੱਗਦੀ ਨਾ, ਉਹ ਮੋਹਰ ਬੜਿਆਂ ਨੂੰ ਪਿੱਛੇ ਲਿਆਂਦੀ ਹੈ ਸਾਜ, ਬੜਿਆਂ ਨੂੰ। ਸਮਾਨ ਭਾਈ ਤੁਹਾਡਾ ਉਹੀ ਕਬੂਤਰ ਸ਼ਾਮ ਪੈ ਰਿਹਾ ਹੁੰਦਾ, ਪਾਣੀ ਦਾ ਦਿੱਦਾ ਉਹੀ ਮੋਹਰ ਖਾ ਕੇ ਕਬੂਤਰ ਤੁਹਾਡਾ 10 ਵਜੇ ਬਹਿ ਜਾਵੇ। ਉਸਤਾਦ ਜੀ ਕੰਮ ਨਾ ਕਰਿਆ ਕਰੇ, ਹਾਂ ਵੀਰੇ ਬਣਾ ਜਿਹੜੇ ਵੀ ਫਰਕਾ ਲੈ ਰਹੇ ਹੋਣ ਉਹ ਤੋਂ ਹੀ ਮੋੜ ਲਾ ਕੇ ਭੇਜ ਦਿਆ ਕਰਨ, ਕਬੂਤਰ ਨੂੰ ਆਦੀ ਕਰ ਦੇਣ। ਕਦੀ ਕਰਕੇ ਵੇਖ ਲਓ ਉਹ ਚੀਜ਼ ਕੰਮ ਨਹੀਂ ਹੁੰਦਾ, ਕਰਕੇ ਵੇਖ ਲੈਣਾ, ਕਦੀ ਕਰਕੇ ਵੇਖ ਲਓ ਐਕਸਪੈਰੀਮੈਂਟ। ਇੱਕ ਮੋਰ ਵੀ ਕੋਈ ਮਾਂ ਦਾ ਪੁੱਤਰ ਲੈ ਕੇ ਟੁੱਟੇਗਾ ਨਹੀਂ ਤੇ ਹਰ ਕਬੂਤਰ ਨਹੀਂ ਉੱਡਦਾ। ਜਿਹੜਾ ਮੋਰ ਲੈ ਕੇ ਘਰ ਬਹਿੰਦਾ ਕਬੂਤਰ ਵੀ ਉਹੀ ਹੁੰਦਾ ਜੀ ਉਸਤਾਦ ਜੀ, ਮੜਕਾ ਜੀ ਸਾਰੇ ਹੀ ਪੈਂਦੇ ਨੇ ਘਰ, ਮੋਰ ਲੈ ਕੇ ਜਿਹੜਾ ਬਹਿੰਦਾ ਜੇ ਕਬੂਤਰ ਉਹੀ ਹੁੰਦਾ ਜੀ ਉਸਤਾਦ ਜੀ। ਤੇ ਜਿਹਨੂੰ ਇੱਕ ਵਾਰੀ ਲੱਗ ਗਈ ਹੈ ਨਾ ਤੇ ਟੁੱਟਣਾ ਉਹਨੇ ਹੀ ਹੈ, ਮੋਰ ਲੈ ਕੇ ਉਹਨੇ ਟੁੱਟਣਾ ਉਸਤਾਦ ਜੀ। ਆ ਜਿਹੜਾ ਕਹਿ ਰਹੇ ਨਾ ਸੀ ਲਾ ਕੇ ਚੈੱਕ ਕਰਨੀ ਤੇ ਕਦੀ ਲਾ ਕੇ ਚੈੱਕ ਕਰ ਲੈਣਾ, ਆ ਬਾਜ਼ੂ ਬਾਅਦ ਮੈਂ ਹੀ ਕਰਨਾ ਬਹਿ ਕੇ ਐਕਸਪੈਰੀਮੈਂਟ ਕਰ, ਲੇਕਿਨ ਲਵਾਣੀ ਕਿਸੇ ਠੰਡ ਬੰਦੇ ਦੀ ਆਪਣੀ ਨਹੀਂ, ਆਪ ਨਹੀਂ ਲਾਣੀ। ਇਹੀ ਗੱਲ ਮੈਂ ਠੰਡ ਬੰਦੇ ਦੀ ਆਪ ਨਹੀਂ ਲਾਣੀ, ਆਪ ਤੇ ਆਪ ਬੰਦਾ ਛੱਤੀ ਲਾਈ ਜਿਹਦਾ ਠਾ ਐਲਾ ਕੇ ਭਾਰ ਵੇਣਾ ਨਹੀਂ। ਹੱਥ ਵੀ ਕਿਸੇ ਦਾ ਹੁੰਦਾ ਭਾਈ, ਜਿਹੜਾ ਮੁਖਾਲਫ ਮੁਨਸਫ ਆਇਆ ਹੁੰਦਾ ਕਿਸੇ ਰੀਫ ਦੀ ਛੱਤ ਤੋਂ, ਉਹ ਢਿੱਡ 'ਚ ਹੀ ਦੁਆਵਾਂ ਕਰਕੇ ਆ ਰਿਹਾ ਹੁੰਦਾ, ਮੈਂ ਅਸੀਂ ਮੋਰ ਲਵਾਂਗਾ ਤੇ ਸੱਤੀ ਖਾ ਜਾਵਾਂਗਾ। ਉਹ ਇਹ ਨਹੀਂ ਦਿਲ ਦੇ ਵਿੱਚ ਸੋਚ ਰਿਹਾ ਹੋਏਗਾ ਕਿ ਯਾਰ ਦੇਖੋ ਅਗਲੇ ਨੇ ਸਾਲ ਪੂਰਾ ਮਿਹਨਤ ਕੀਤੀ ਤੇ ਯਾਰ ਫਾਈਟ ਕਰਕੇ ਦੇਖੋ ਜੀ ਮੈਂ ਮੋਰ ਲਾਣ ਲੱਗਾ। ਕਦੀ ਕੋਈ ਵੀ ਮੈਂ ਮੁਨਸਫ ਨਹੀਂ ਵੇਖਿਆ ਜਿਹੜਾ ਕੋਈ ਬਿਸਮਿਲ੍ਲਾ ਪੜ੍ਹ ਕੇ ਮੋਰ ਲਾਉਂਦਾ ਹੋਏਗਾ। ਅੱਲਾ ਜੇ ਆਂਦਾ ਨਹੀਂ ਤੇ ਕਦੇ ਵੇਖ ਲਵੋ ਤੁਸੀਂ, ਬਿਸਮਿਲ੍ਲਾ ਪੜ੍ਹ ਕੇ ਨਹੀਂ ਕਦੀ ਵੀ ਮੋਰ ਲਾਏਗਾ, ਉਹ ਉਹਦੇ ਦਿਲ ਦੇ ਵਿੱਚ ਹੀ ਹੋਏਗੀ। ਇਹ ਮੋਰ ਧੋ ਲਓ ਜੀ, ਇੰਜ ਕਰ ਲਓ ਜੀ, ਇੰਜ ਕਰ ਲਓ ਜੀ, ਇੰਜ ਕਰ ਲਓ। ਤੇ ਗੱਲ ਹੈਗੀ ਹੈ ਮੁਨਸਫ ਨੂੰ ਵੀ ਚਾਹੀਦਾ ਭਾਈ, ਜਦੋਂ ਕਿਸੇ ਦੀ ਛੱਤ ਤੇ ਜਾਂਦਾ ਦੇਖੋ ਜੀ ਪਰਿੰਦਾ ਦੇਖੋ, ਇਹਦੀ ਕਿੱਡੀ ਵੱਡੀ ਗੱਲ ਕਿ ਬਿੱਟ ਵੀ ਕਰਦੇ ਤੁਸੀਂ ਨਮਾਜ਼ ਪੜ੍ਹ ਸਕਦੇ ਹੋ ਤੇ ਯਾਰ ਤੁਸੀਂ ਬਿਸਮਿਲ੍ਲਾ ਪੜ੍ਹਦੇ ਤੇਰਾ ਕੀ ਮੂੰਹ ਦਰਦ ਹੁੰਦਾ? ਅੱਲਾ ਦਾ ਨਾਮ ਲੈਣਾ ਨਾ, ਬਿਸਮਿਲ੍ਲਾ ਸ਼ੁਰੂ ਕਰਨੀ ਹੈ ਲਾ। ਅਗਰ ਤੇ ਨਸੀਬ ਹਾਰ ਜੇ ਤੇ ਗੇਮ ਦਾ ਹਿੱਸਾ ਹੈ, ਜਿਹਨੂੰ ਅੱਲਾ ਪਾਕ ਇੱਜ਼ਤ ਦੇਵੇ। ਇਹ ਮੋਹਰਾਂ ਲਾਉਣ ਨਾਲ ਕੋਈ ਨਹੀਂ ਹੁੰਦਾ, ਲੇਕਿਨ ਜਿਹੜੇ ਜ਼ਿਆਦਾਤਰ ਮੁਨਸਫ ਹੁੰਦੇ ਨਾ ਉਹ ਘਰੋਂ ਹੀ ਮੈਨੂੰ ਨਸ਼ੇ ਪਾ ਕੇ ਨਾ ਨਹਾ ਕੇ ਨਿਕਲਦੇ, ਨਾਲ ਮੂੰਹ ਧੋ ਕੇ ਆਉਂਦੇ ਨੇ, ਇੰਝ ਹੀ ਮੂੰਹ ਚੁੱਕਦੇ ਨੇ ਤੇ ਟੁੱਟ ਜਾਂਦੇ ਨੇ ਅਗਲੇ। ਤੇ ਫਿਰ ਸਾਜੀ ਨਾ ਪਾਕੀ ਤੇ ਨਾ ਪੱਕੀ ਹੁੰਦੀ ਤੇ ਚਾਹੀਦਾ ਕਿ ਯਾਰ ਇਸ ਤਰ੍ਹਾਂ ਚਾਹੀਦਾ। ਬਾਕੀ ਇਨਸ਼ਾਅੱਲਾ ਤਾਲਾ ਅੱਛਾ ਵੇਖਣ ਨੂੰ ਮਿਲੇਗਾ ਯਾਰ। ਦੋਸਤਾਂ ਨੂੰ ਗਰਮੀ ਪੈ ਰਹੀ ਹੈ, ਅਸੀਂ ਸ਼ਾਮ ਸ਼ੂਮ ਦੀ ਤੇ ਭਾਈ ਗੱਲ ਕੋਈ ਨਹੀਂ ਕਰਦੇ, ਗੱਲ ਹੈਗੀ ਸਿੱਧੀ ਤੇ ਸਾਫ। ਜਿਹੋ ਜਿਹਾ ਟੈਂਪਰੇਚਰ ਪੈ ਰਿਹਾ, ਆਪ 2 ਮਿੰਟ ਹੋ ਕੇ ਧੁੱਪੇ ਬਹਿ ਕੇ ਵੇਖੋ ਹਜ਼ਰਾ ਕਿ ਬੈਠਾ ਜਾਂਦਾ ਤੁਹਾਡੇ ਕੋਲੋਂ। ਤੇ ਇਹ ਵੀ ਛੋਟਾ ਜਿਹਾ ਪਰਿੰਦਾ ਜਿਹਨੇ ਸਮਾਨ ਦੇ ਵਿੱਚ ਉੱਡਣਾ। ਇਹ ਗੱਲ ਹੈਗੀ ਹੈ ਜਿਗਰੇ ਲਈ ਉੱਡਦਾ ਭਾਈ, ਗੱਲ ਹੈਗੀ ਸਿੱਧੀ। ਤੇ ਸਾਰਿਆਂ ਦੇ ਛੇਤੀ ਵੀ ਨਹੀਂ ਬਹਿੰਦੇ ਉਸਤਾਦ ਜੀ। ਦੇਖੋ ਜੀ ਬੜੇ ਵੱਡੇ ਉਸਤਾਦ ਨੇ, ਕਈਆਂ ਦੇ ਪਰਚੇ ਸ਼ਾਮ ਦੇ ਵੀ ਆਣੇ ਨੇ ਸਮਾਨ ਭਾਈ, ਲੇਕਿਨ ਉਹ ਆ ਜਾਂਦੇ ਨੇ ਕਿ ਉਸਤਾਦ ਜੀ ਕਬੂਤਰ ਪੁਰਾਣੇ ਤਦਾਦਨ ਪੁਰਾਣੇ ਕਬੂਤਰ ਹੁੰਦੇ ਨੇ, ਉਹਨਾਂ ਨੇ ਹਰ ਮੌਸਮ ਵੇਖਿਆ ਹੁੰਦਾ। ਜਿਸ ਕਬੂਤਰ ਨੇ ਮੌਸਮ ਵੇਖਿਆ ਹੁੰਦਾ ਨਾ ਗਰਮੀ ਦਾ, ਗਰਮੀ ਸਰਦੀ ਮੌਸਮ ਵੇਖਿਆ ਉਸਤਾਦ ਜੀ, ਉਹ ਝੱਲ ਜਾਂਦਾ। ਤੇ ਜਿਹੜਾ ਨਵਾਂ ਹੋਏਗਾ ਨਵਾਂ, ਉਹ ਇੱਕ ਵਾਰੀ ਸਮਾਨ ਇੱਕ ਵਾਰੀ ਵੜ ਤੇ ਜਾਏਗਾ 1 2 3, ਤੇ ਜਦੋਂ ਗਰਮੀ ਪੈਣੀ ਹੈ ਨਾ, ਫਿਰ ਉਹ ਗਰੀਬ ਘਰੋਂ ਨਿਕਲ ਕੇ ਘਰ ਆਉਣਾ ਬੜਾ ਔਖਾ ਹੋ ਜਾਂਦਾ ਉਹਦੇ ਕੋਲ। ਤੇ ਇਸੇ ਗੱਲ ਤੋਂ ਕਹਿੰਦੇ ਨੇ ਜੇਠ ਦੇ ਵਿੱਚ ਕਬੂਤਰ ਪੁਰਾਣਾ ਹੀ ਕੰਮ ਕਰਦਾ, ਨਵਾਂ ਤੇ ਤੁਹਾਡਾ ਟੋਲੇ ਲੱਗ ਗਿਆ ਤੇ ਲੱਗ ਗਿਆ। ਅੱਲਾਹ ਪਾਕ ਖੈਰ ਕਰੇਗਾ। ਦੇਖੋ ਜੀ ਜਦੋਂ ਅੱਲਾਹ ਪਾਕ ਬਣਾਉਣ ਲੱਗੇ ਇੱਜ਼ਤ, ਤੇ ਉਦੋਂ ਫਿਰ ਤੇ ਨਵੇਂ ਨਾਲ ਵੀ ਬਣ ਜਾਂਦੀ ਇੱਜ਼ਤ। ਮੈਂ ਸਮਾਨ ਭਾਈ ਇੱਥੇ ਵਿਸਾਖ ਡਾਇਆ ਮੈਂ ਤੇ ਖੋਖਰ ਨੇ, ਤੇ ਅਸੀਂ ਇੱਕ ਜੰਗਲੀ ਬੱਚਾ ਫੜਿਆ ਸੀ, ਇਹ ਸਾਹਮਣੇ ਇੱਥੇ ਆ ਕੇ ਬੈਠਦਾ ਸੀ ਇਹਨਾਂ ਦੇ ਉੱਤੇ, ਸੋਲਰ ਦੇ ਉੱਤੇ। ਜੰਗਲੀ ਬੱਚਾ ਉਸਤਾਦ ਜੀ ਇੱਥੋਂ ਉੱਡਦਾ ਸੀ, ਖੇਡਦਾ ਸੀ, ਸਮਾਨ 'ਚ ਲੈ ਜਾਂਦਾ ਸੀ, ਸਮਾਨ 'ਚੋਂ ਨਿਕਲ ਕੇ ਆ ਕੇ ਸ਼ਾਮ ਨੂੰ ਇੱਥੇ ਬਹਿ ਜਾਂਦਾ ਸੀ। ਤੇ ਉਸਤਾਦ ਜੀ ਇੱਕ ਦਿਨ ਇੰਝ ਬੈਠਾ ਭੁੱਖਾ ਪਿਆਸਾ ਹੋ ਗਿਆ 2-3 ਦਿਨ ਤੋਂ। ਤੇ ਮੈਂ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਲਈ ਇਹਨੂੰ ਪੜ੍ਹਨਾ ਯਾਰ ਇਹਨੂੰ ਬੱਚੇ ਨੂੰ। ਕਹਿੰਦਾ ਫੜ ਕੇ ਸੀ ਨੂੰ ਕੀ ਕਰਾਂਗੇ? ਮੈਂ ਕਿਹਾ ਉਸਤਾਦ ਗਿਜਿਆ ਗਿਜਾਇਆ ਵੀ ਇਹ ਤੇ ਇੱਥੇ ਬਹਿੰਦੇ ਨੇ ਘਰ ਬਹਿ ਜਾਣਾ, ਪਰ ਉਹਨੂੰ ਖੇਡਦੀ ਪਈ ਹੋਈ ਸੀ। ਸਮਾਨ ਭਾਈ ਉਹ ਬੱਚਾ ਸੀ ਫੜ ਲਿਆ, ਉਹਦੀ ਅੱਖਾਂ ਖਰਾਬ ਹੋ ਗਈਆਂ ਸੀ ਜੰਗਲੀਆਂ 'ਚ ਰਹਿ ਕੇ। ਤਾਂ ਜੀ ਉਹ ਬੱਚਾ ਸੀ ਲਿਆ ਕੇ ਤੇ ਡੋਲੀ 'ਚ ਪਾਤਾ, 2-3 ਦਿਨ ਰੱਖਿਆ। ਮੈਂ ਫੜਕਾ ਲੈ ਰਿਹਾ ਸੀ, ਮੇਰੀਆਂ ਬਾਜ਼ੀਆਂ ਲੱਗੀਆਂ ਹੋਈਆਂ ਸੀ ਹੱਥ ਪਟਾਨ ਹੋਰਾਂ ਨਾਲ, ਇਹ ਦੀਆਂ ਬਾਜ਼ੀਆਂ ਉਹਨਾਂ ਲੱਗੀਆਂ 5-5 ਛੱਤਾਂ ਦੀਆਂ। ਤਾਂ ਜੀ ਉਹਨਾਂ ਨੇ ਨਾ ਉਸ ਤਿਉਹਾਰ ਦੇ ਵਿੱਚ ਨਾ, ਪਹਿਲੇ ਤਿਉਹਾਰ 'ਚ ਮੌਸਮ ਖਰਾਬ ਦੱਸਿਆ, ਤੇ ਸਾਡਾ ਕਬੂਤਰ ਸੀ ਸੋਹਣਾ ਬੜਾ ਫਾਰਮ ਦੇ ਵਿੱਚ ਹੈਗਾ ਜੀ। ਤੇ ਦਿਲ ਨਹੀਂ ਮੰਨਿਆ, ਮੈਂ ਕਿਹਾ ਯਾਰ ਇਸ ਕਬੂਤਰ ਨੂੰ ਨਹੀਂ ਪਾਣਾ, ਇਹਨੇ ਬਹਿਣਾ ਕੋਈ ਨਹੀਂ ਇਸ ਮੌਸਮ 'ਚ। ਮੈਂ ਕਿਹਾ ਯਾਰ ਇਹਦੀ ਬਲੀ ਦੇ ਦੇ ਬੱਚੇ ਦੀ। ਮੈਂ ਕਿਹਾ ਗਿੱਜਿਆ ਤੇ ਹੋਇਆ, ਇਹਨੇ ਕਿੱਥੇ ਜਾਣਾ? ਸਮਾਨ ਭਾਈ ਅਸੀਂ ਉਹ ਬੱਚਾ ਪਾਇਆ, ਬੱਚਾ ਇੰਝ ਖੇਡਿਆ, ਖੇਡਦਾ ਕਲਾਬਾਜ਼ੀਆਂ ਮਾਰੀਏ। ਮੈਂ ਕੋਈ ਘਾਟਾ ਹੋ ਗਿਆ,
ਇਹਦੇ ਬਹਿ ਜਾਏਗਾ ਟਾਈਮ ਨਾਲ ਭੇਜ ਕੇ ਡੀ ਜਾ ਰਹੇ ਨੇ ਕਿੱਥੇ ਜਾਣਾ ਇਹਨੇ ਤੇ ਡਿੱਗ ਪੈਣਾ ਉਸਤਾਦ ਜੀ। ਉਹ 2-4 ਵਾਰੀ ਖੇਡਿਆ, ਗਰਮ ਹੋ ਗਿਆ, ਤੁਰ ਪਿਆ ਅਸਮਾਨ ਭਾਈ। ਉਹ ਜੀ ਅੱਲਾ ਦੀ ਕਸਮ ਲੱਗੇ ਪਹਿਲੀ ਬਾਜੀ ਜਿੱਤ ਕੇ ਵੀ ਉਹੀ ਬੈਠਾ। ਮੇਰੇ ਆਪਣੇ ਬਹਿ ਗਏ ਸਾਰੇ ਹੀ, ਉਹ ਇਕੱਲਾ ਹੀ ਜਿੱਤ ਕੇ ਬਾਜੀ ਬੈਠਾ ਉਸਤਾਦ ਜੀ। ਉਸ ਤੋਂ ਬਾਅਦ ਅੱਲਾਹ ਪਾਕ ਨੇ ਐਸਾ ਕੀਤਾ ਕਿ ਉਹਨੇ 4 ਤਵਾਰ ਜਿੱਤੇ। ਜੇਠ ਦੀਆਂ ਬਾਜ਼ੀਆਂ 6 ਤੱਕ ਲੜ ਕੇ ਗਿਆ। 7ਵੀਂ ਬਾਜੀ ਤੇ ਮੈਂ ਗੁਜਰਾਲੇ ਚਲੇ ਗਿਆ। ਉਸਤਾਦ ਜੋਜੀ ਨੇ ਉਦੋਂ ਕਬੂਤਰ ਡਾਏ ਸੀ ਤੇ ਉਹਨੂੰ ਕਬੂਤਰ ਪਿੱਛੇ ਆ ਗਏ। ਉਸਤਾਦ ਜੋਜੀ ਕਹਿੰਦਾ ਬੈਕ ਆ ਗਏ ਨੇ ਕਬੂਤਰ, ਤੇ ਉਹ ਮੈਂ 7ਵੀਂ ਬਾਜੀ ਹਰਿਆ, ਨਹੀਂ ਤੇ 6ਵੀਂ ਬਾਜੀ ਤੱਕ ਮੈਂ ਫਾਈਟ ਕਰਕੇ ਗਿਆ ਵਾਂ। 3 ਬਾਜ਼ੀਆਂ ਮੈਂ ਫੜ ਕੇ ਗਿਆ ਸਾਂ, 1 ਬਾਜ਼ੀ ਫੜਨੀ ਸੀ ਤੇ ਫਿਰ ਮੈਨੂੰ ਮਸਲਾ ਬਣ ਗਿਆ। ਮੇਰੇ ਘਰ ਸ਼ਾਦੀ ਗਈ, ਮੈਂ ਸ਼ਾਦੀ ਗੁਜਰਾਲੇ ਚਲੇ ਗਿਆ ਵਾਂ ਤੇ ਉਹ ਭਾਈ ਆਇਆ ਵਾ ਜਦੋਂ ਤੇ ਪਤਾ ਲੱਗਾ 10ਵੀਂ ਨਹੀਂ। ਮੇਰਾ ਰਿਕਾਰਡ ਹੈ ਉਸਤਾਦ ਜੀ, 4 ਪਿਆਰੇ ਉੱਡਿਆ ਉਹ ਬੱਚਾ, 6 ਬਾਜ਼ੀਆਂ ਉੱਡਿਆ ਉਹ ਬੱਚੇ ਨੇ, 4 ਦਾ ਇਨਸਾਨ ਨਹੀਂ ਦਿੱਤਾ ਕਦੇ ਵਾਪਸ। 3-4 ਦੀ ਸੂਈ ਨਹੀਂ ਛੱਡੀ ਤੇ ਇੰਜ ਹੀ 2-3 ਦਿਨ ਪਹਿਲੇ ਫੜਿਆ ਸੀ ਤੇ ਅੱਲਾਹ ਪਾਕ ਨੇ ਜੇਠ ਦੀਆਂ ਬਾਜ਼ੀਆਂ ਉਹਦੇ ਨਾਲ ਉਡਵਾਤੀਆਂ। ਤੇ ਸਾਜ ਜੋਜੀ ਕੋਲੋਂ ਨਹੀਂ ਉੱਡਿਆ, ਉਹਨੇ 10 ਨਹੀਂ ਵਜਾਏ। ਨਹੀਂ ਤੇ ਮੇਰੀਆਂ ਪਰਚੀਆਂ ਕਾਪੀ ਪਈ ਆ, ਡੈਰੀ ਪਈ ਜੇ, ਚੈੱਕ ਕਰ ਲਓ। ਪਰ ਤੇ ਜੰਗਲੀ ਦੇ ਨਾਂ ਲਿਖਿਆ ਕਿ ਹਰ ਪਰਚਾ ਉਹਦਾ 3-3.5 ਵਜੇ ਤੋਂ ਬਾਅਦ ਹੈ। ਪਿਛਲੇ ਸਾਲ ਦੀ ਗੱਲ? ਹਾਂ ਪਿਛਲੇ ਸਾਲ ਦੀ, ਜਦੋਂ ਮੈਂ ਕੋਕਰ ਨੇ ਖਿਡਾਇਆ ਤੇ ਬਾਜ਼ੀਆਂ ਲਾਈਆਂ ਸੀ। ਸਮਝ ਗਿਆ ਮੈਂ। ਤੇ ਸਾਜੀ ਗੱਲ ਹੈਗੀ, ਇਹ ਕਬੂਤਰ ਹਰ ਬੰਦੇ ਦੇ ਹੱਥ ਨਹੀਂ ਚੜ ਜਾਂਦਾ। ਉਹ ਮੇਰੇ ਹੱਥ ਦਾ ਲੱਗਾ ਹੋਇਆ ਸੀ ਤੇ ਅੱਲਾ ਜਾਣਦਾ ਸਮਾਨ ਭਾਈ ਉਹਦਾ ਕੰਮ ਕੀ ਸੀ। ਦਾਣੇ ਨੂੰ ਉਹਨੇ ਮੂੰਹ ਨਹੀਂ ਲਾਣਾ, ਖੁਰਾਕ ਉਹਨੂੰ ਭਾਵੇਂ 10 ਕਬੂਤਰਾਂ ਜਿੰਨੀ ਖਵਾ ਦੇ। ਤੇ ਸਭ ਤੋਂ ਪਹਿਲੇ ਸਵੇਰੇ ਕਲੀਅਰ ਹੋਇਆ ਹੁੰਦਾ ਸੀ ਤੇ ਸਵੇਰੇ ਸਿਰਫ ਉਹ ਵਿਡ 'ਚ ਆ ਕੇ ਕਹਿੰਦਾ ਸੀ ਮੈਨੂੰ ਬਾਹਰ ਕੱਢ ਲੈ, ਮੇਰੀ ਜਾਣੀ ਵੇਚ। ਤੇ ਸਿਰਫ ਇੱਕ ਮੈਥੀ ਇਕਬਾਲ ਦੀ ਗੋਲੀ ਲੈ ਕੇ ਆਉਂਦਾ ਸੀ। ਉਹ ਕੋਈ ਮਜੂਨ ਨਹੀਂ, ਕੋਈ ਪਾਣੀ ਨਹੀਂ ਸੀ। ਮੈਥੀ ਇਕਬਾਲ ਤੇ ਮੇਰੇ ਇੱਕ ਦੋਸਤ ਹੈਗੇ ਨੇ, ਉਹ ਕੀ ਨਾਂ ਹੈ ਉਹਨਾਂ ਦਾ, ਡਿੰਗੇ ਦੇ ਹੈਗੇ ਨੇ ਯਾਰ, ਮੈਂ ਉਹਨਾਂ ਦਾ ਨਾਮ ਭੁੱਲ ਗਿਆ। ਉਹਨਾਂ ਨੇ ਮੇਰੇ ਕੋਲ ਬੱਚਾ ਲਿਆ ਸੀ ਅੱਛੀ ਮਾਊਂਟ ਦੇ ਵਿੱਚ, ਝੋਲੇ 'ਚ। ਸਾਜੂ ਜੀ ਨੇ ਜਦੋਂ ਡਾਏ ਨਾ ਕਬੂਤਰ ਤੇ ਅੱਲਾ ਜਾਂ ਹਰ ਬੰਦੇ ਦਾ ਆਪਣਾ ਦਾਣਾ ਪਾਣੀ। ਉਹਨੂੰ ਪਤਾ ਨਹੀਂ ਕੀ ਹੋਇਆ, ਮੇਰੇ 3 ਕਬੂਤਰਾਂ ਨੂੰ ਝੋਲਾ ਹੋ ਗਿਆ। ਬਾਜੀ ਜਿਸ ਦਿਨ ਬਾਜੀ ਉੱਡੀ ਉਹਨਾਂ ਨੂੰ ਝੋਲਾ ਹੋ ਗਿਆ, ਠੀਕ ਹੈ। ਉਹਨੇ ਉਸ ਬੰਦੇ ਨੇ ਲੁਕਮਾਨ ਭਾਈ, ਹਾਂ ਲੁਕਮਾਨ ਭਾਈ ਨੇ, ਉਹਨਾਂ ਨੇ ਝੋਲੇ 'ਚੋਂ ਮੇਰੇ ਕੋਲ ਬੱਚਾ ਲਿਆ। ਪੱਟੀ ਸੀ, ਉਹਨਾਂ ਨੇ ਝੋਲੇ 'ਚ ਲਿਆ ਤੇ ਉਹਨਾਂ ਕੋਲ ਕੰਮ ਕਰ ਰਹੀ। ਹਾਂ ਹਲੇ ਤੱਕ ਉਹਨਾਂ ਕੋਲ ਹੈਗੀ। ਤੇ ਗੱਲ ਹੈਗੀ ਸਾਜ ਜੀ, ਅੱਛਾ ਹੀ ਹੁੰਦਾ ਤੇ ਅੱਲਾਹ ਪਾਕ ਜਦੋਂ ਵਕਤ ਬਣਾਉਣ ਲੱਗੇ ਉਦੋਂ ਐਵੇਂ ਚੱਕ ਲੱਗ ਜਾਂਦਾ ਤੇ ਕੋਈ ਨਾ ਕੋਈ ਅੱਲਾਹ ਪਾਕ। ਦੇਖੋ ਜੀ ਲਾੜਾ ਇੱਕ ਨਹੀਂ ਬਣਨਾ, ਜਿਹਨੇ ਪੂਰੀਆਂ ਬਾਜ਼ੀਆਂ 'ਚ ਟੁਰਨਾ। ਤੇ ਅਸੀਂ ਤੇ ਅੱਲਾਹ ਖੈਰ ਕਰਦਾ ਲੱਗੇ ਆ, ਅੱਲਾਹ ਪਾਕ ਖੈਰ ਕਰਦਾ। ਦੇਖੋ ਪਤਾ ਨਹੀਂ ਕਿੰਨੇ ਮੇਰੀ ਨਜ਼ਰ 'ਚ ਪਤਾ ਨਹੀਂ ਕਿਹੜੇ ਕਿਹੜੇ ਹੈਗੇ ਨੇ ਕਿ ਯਾਰ ਪਤਾ ਨਹੀਂ ਕਿਹੜਾ ਉੱਡੇਗਾ ਕਿਹੜਾ। ਤੇ ਜਦੋਂ ਟੁਰਨਾ ਨਾ ਕਿਸੇ ਨੇ ਐਵੇਂ ਹੀ ਟੁਰ ਪੈਣਾ ਸਮਾਨ ਭਾਈ। ਜਦੋਂ ਅੱਲਾਹ ਪਾਕ ਨੇ ਥੋੜੇ ਨੇ ਕਿਸੇ ਦੀ ਮਦਦ ਕਰਨੀ ਤੇ ਐਵੇਂ ਹੋ ਜਾਣੀ ਤੇ ਚੱਲ ਬਾਬਾ ਅੱਗੇ ਲੱਗ ਜਾ। ਤੇ ਬਾਕੀ ਜੀ ਇਨਸ਼ਾਅੱਲਾ ਤਾਲਾ ਫਾਈਟ ਦੀ ਗੱਲ ਹੈ ਤੇ ਉਹ ਇਨਸ਼ਾਅੱਲਾ ਹੋਏਗੀ। ਸਮਾਨ ਭਾਈ ਯੂਟਿਊਬਰ ਨੇ, ਬ੍ਰਾਂਡ ਨੇ ਸਾਰੇ ਹੀ। ਦੇਖੋ ਜੀ ਗੱਲ ਹੈਗੀ, ਵੱਡਾ ਬ੍ਰਾਂਡ ਹੈ ਕੋਖਰ, ਛੋਟਾ ਬ੍ਰਾਂਡ ਉਸ ਤੋਂ ਥੱਲੇ ਆ ਜਾਂਦਾ ਸਮਾਨ ਸੁਲੇ ਉਸਤਾਦ ਸੁਲੇਮਾਨ ਜਿੰਦਜਾਨ ਪਾਕਿਸਤਾਨ, ਠੀਕ ਹੈ ਨਾ। ਤੀਸਰੇ ਹੱਥ ਆ ਜੋ ਉਸਤਾਦ ਸਾजिशा, ਉਹ ਤੀਸਰੇ ਹੱਥ ਤੋਂ ਤੁਹਾਡਾ ਨੰਬਰ ਆ, ਠੀਕ ਹੈ ਨਾ। ਚੌਥਾ ਅਸੀਂ ਵੀ ਯੂਟਿਊਬਰ ਆ। ਫਿਰ ਇੱਕ ਭੱਟ ਸਾਹਿਬ ਹੈਗੇ ਨੇ ਸਾਡੇ, ਜਿਨ੍ਹਾਂ ਨਾਲ ਬਾਜ਼ੀ ਲੱਗੀ ਹੋਈ ਹੈ। ਉਹਨਾਂ ਨਾਲ ਵੀ ਲੱਗੀ, ਉਹਨਾਂ ਨਾਲ ਵੀ ਬਾਜ਼ੀ ਲੱਗੀ ਹੋਈ ਹੈ। ਉਹ ਵੀ ਫਿਆਜ਼ ਸਾਹਿਬ ਉਹਦੇ ਚੜੇ ਹੋਏ। ਬਿਲਕੁਲ ਬਿਲਕੁਲ ਭੱਟ ਸਾਹਿਬ ਦੀ ਛੱਤ ਤੇ ਉਹਨਾਂ ਨਾਲ ਵੀ ਦੇਖੋ ਜੀ 5 ਯੂਟਿਊਬਰਾਂ ਦੀ ਬਾਜ਼ੀ ਹੈ। ਗੱਲ ਹੈਗੀ ਅੱਲਾਹ ਪਾਕ ਖੈਰ ਕਰੇਗਾ। ਤੇ ਸਾਡੇ ਨਾਲ ਤੇ ਮੈਂ ਤੇ ਖੋਕਰ ਦੇਖੋ ਜੀ ਆ ਜਾਂਦੇ ਹਮ ਉਮਰ ਦੇ ਵਿੱਚ, ਠੀਕ ਹੈ ਨਾ। ਬਾਕੀ ਸਾਡੇ ਨਾਲ ਸਾਰੇ ਵੱਡੇ ਨੇ ਉਮਰ ਦੇ ਵਿੱਚ, ਸਭ ਸਾਰੇ ਨਾਲ ਵੱਡੇ ਨੇ। ਤੇ ਵੱਡਿਆਂ ਬੰਦਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਭਾਈ। ਅਸੀਂ ਆਪਣੇ ਲੈਵਲ ਦੇ ਹਿਸਾਬ ਨਾਲ ਗੱਲ ਕਰਨੇ ਕਿ ਭਾਈ ਸਾਡੀ ਸ਼ਾਮ ਸ਼ੂਮ ਕੋਈ ਨਹੀਂ। ਅਸੀਂ ਇਹ ਦੁਆ ਕਰਾਂਗੇ ਕਿ ਅੱਲਾਹ ਪਾਕ ਬਸ ਇਹਨਾਂ ਨੂੰ ਰਾਹ ਦੇਈ। ਗਰਮੀ ਬੜੀ ਪੈ ਰਹੀ ਹੈ, ਚਲੋ ਜਿੰਨੀ ਕੁ ਮਿਹਨਤ ਕੀਤੀ ਉਹਨਾਂ ਕੋਲ ਹਾਸਿਲਾ ਮਿਲ ਜੇ। ਚਲੋ ਯਾਰ ਸ਼ੌਕ ਤੇ ਹੋਵੇ। ਕੀ ਖਿਆਲ ਹੈ ਸਮਾਨ ਭਾਈ? ਇਨਸ਼ਾਅੱਲਾ ਜੀ ਇਨਸ਼ਾਅੱਲਾ। ਬਾਕੀ ਜੋ ਅੱਲਾਹ ਪਾਕ ਨੂੰ ਮਨਜ਼ੂਰ ਹੈ ਜੀ, ਬੋਲ ਇਹਦੇ ਕਿ ਹੈ ਕੋਈ ਨਹੀਂ। ਕਬੂਤਰਬਾਜ਼ੀ ਅੱਗੇ ਬੰਦਾ ਕਵੇ ਕਿ ਮੈਂ ਮੇਰੀ ਗੋਲੀ ਸ਼ਾਮ ਬੰਦੀ ਹੈ, ਝੂਠ ਹੈਗਾ ਗੱਲ है किसी की। लेकिन जी दोस्तों ये थे उस्ताद जद्दी। कोशिश हमारी यही है कि उस्ताद जी को तर ही रखे हम, ताकि कबूतरबाजी लस्सियां पियाई जा रही ने समान भाई ले आके चाटी दियां, ताकि ये कबूतरबाजी करते रहे और इनकी भी खिदमत हम कर रहे हैं। और अली भाई भी साथ हमारे लगे हैं। हमारी पूरी कोशिश है कि उस्ताद जी के विटामिन्स पूरे ही रहे, ठीक है ना, वो डिस्टर्ब ना हो। क्योंकि उस्ताद जी के विटामिन्स पूरे रहेंगे तो कबूतरों के भी विटामिन्स पूरे रहेंगे जी। देखो जी गल है कि आप ठीक होवांगे ते इन्हां नूं करांगे। बिल्कुल हले तक ते अल्लाह दा शुक्र है यार। मैं ते गल भुल गया समान भाई यार, जाते जाते याद आ गया। साडे दोस्त ने पीर भाई ने अफजाल भाई, हाँ जी दोस्तों हमारे यहाँ पे फ्लैक्स लगी हुई थी। अफजाल भाई हैं, अल्लाह पाक उनकी मग़फ़िरत फरमाए यार। कल वो फोत हो गए हैं। हमारे पार्टी के मेरे उस्ताद यासीन के शागिर्द थे। तो कल मैंने अचानक, मुझे नहीं पता था, हालांकि 1-2 दिन पहले मेरी उनसे बातचीत हुई है, दुबई में होते हैं। तो उस्मान भाई अचानक ही कल ना मैं स्टेटस वेख्या, वो वेख्या तो उन्होंने हॉस्पिटल च भेजे ने। थोड़ी देर बाद स्टेटस वेख्या कि वो डैथ हो गई उन्होंने।
तो जी दोस्तों से रिक्वेस्ट है उस्मान भाई के चैनल से कि यार उनके लिए दुआ कीजिएगा, अल्लाह पाक उनकी मग़फ़िरत फरमाए। यार बड़े अच्छे इंसान थे, दुबई में वो फौत हो गए बेचारे अफजाल भाई कोटला से, तो अल्लाह पाक उनकी मग़फ़िरत फरमाए। हमारे भाई थे यार, बड़े अच्छे जी थे, अल्लाह पाक उनकी मग़फ़िरत फरमाए। बाकी कबूतरबाजी है ये तो इसी तरह चलता रहता है सिलसिला, लेकिन इंसान खुशी गमी में यार किसी के साथ खड़ा होना यही बड़ी बात है। तो अल्लाह पाक उनके बच्चों को सब्र दे दी। आमीन आमीन। लो जी दोस्तों, वीडियो को क्लोज करते हैं। चार दिन रह गए हैं, 5वें दिन बाजी उड़नी है, तो इंशाल्लाह ताला आपको वीडियो में ना ये नहीं जी स्विमिंग पूल च साजी ठंडी होई है, पिंडे च बड़ी गर्मी पई। ठीक है उस्ताद जी, वो भी कर मैं तो यकीन मनो उस्ताद जी ਤੁਸੀਂ ਮੂੰਹੋਂ ਬਸ ਅਲਫਾਜ਼ ਕੱਢੀ ਬਸ ਜਾਓ, ਨਾ- ਸਾਡਾ ਨਾ- ਕੰਮ ਹੈ ਉਹ ਪੂਰੀ ਕਰੇ ਜਾਓ। ਸਾਜੀ ਨੇ ਨਾ ਜਲੀ ਅਲੀ ਭਾਈ ਅੱਜ हाँ अली नु टूब बन के डाल देना। ओहो लो जी दोस्तों, वीडियो को क्लोज करते हैं, नेक्स्ट व्लॉग में मिलते हैं। ओके जी, अस्सलाम वालेकुम।